Class 9th English literature book, second lesson, Wishes Come True, written by Rabindranath Tagore. Sushil Chandra wanted to do whatever pleased him, play all day. ਸੁਸ਼ੀਲ ਚੰਦਰ ਸਭ ਕੁਝ ਉਹੀ ਕੁਝ ਕਰਨਾ ਚਾਹੁੰਦਾ ਸੀ ਜਿਸ ਵਿੱਚ ਉਸ ਨੂੰ ਖੁਸ਼ੀ ਮਿਲੇ, ਯਾਨੀ ਸਾਰਾ ਦਿਨ ਖੇਡਣਾ, ਕਲਾਈਂਬ ਟਰੀਜ਼ ਦਰਖਤਾਂ ਤੇ ਚੜ੍ਹਨਾ, ਐਂਡ ਮਿਸ ਸਕੂਲ ਅਤੇ ਸਕੂਲ ਤੋਂ ਛੁੱਟੀ ਕਰ ਲੈਣਾ। Whereas his father Subal Chandra longed to have his childhood back. Longed means ਤੀਬਰ ਇੱਛਾ ਹੋਣੀ। ਸੋ ਉੱਥੇ ਨਾਲ ਹੀ ਉਸਦੇ ਪਿਤਾ ਜੀ ਦੀ ਇੱਕ ਤੀਬਰ ਇੱਛਾ ਸੀ ਕਿ ਉਹ ਆਪਣਾ ਬਚਪਨ ਦੁਬਾਰਾ ਵਾਪਸ ਚਾਹੁੰਦੇ ਸਨ, ਸੋ ਦੈਟ ਹੀ ਕੁਡ ਸਟੱਡੀ, ਤਾਂ ਕਿ ਉਹ ਦੁਬਾਰਾ ਜੋ ਉਸ ਟਾਈਮ ਉਹ ਸਟੱਡੀ ਨਹੀਂ ਕਰ ਪਾਏ ਉਹ ਕਰ ਸਕਣ। The lady of wishes decided to fulfill their wishes for some time. ਇੱਛਾ ਦੀ ਦੇਵੀ ਨੇ ਉਹਨਾਂ ਦੀ ਇੱਛਾ ਕੁਝ ਸਮੇਂ ਲਈ ਪੂਰੀਆਂ ਕਰਨ ਲਈ ਫੈਸਲਾ ਕੀਤਾ। Were they happy with the change? ਕਿ ਉਹ ਇਸ ਬਦਲਾਵ ਦੇ ਨਾਲ ਖੁਸ਼ ਸਨ? आओ lesson पढ़िए। Let's read the lesson. Subal Chandra's son was called Sushil Chandra. Subal Chandra ਦੇ ਲੜਕੇ ਦਾ ਨਾਮ ਸੀ ਸੁਸ਼ੀਲ ਚੰਦਰ। But a name always does not reflect the person. ਪਰ ਨਾਮ ਹਮੇਸ਼ਾ ਵਿਅਕਤੀ ਦਾ ਪ੍ਰਤੀਬਿੰਬ ਨਹੀਂ ਹੁੰਦਾ, ਯਾਨੀ ਨਾਮ ਤੋਂ ਹਰ ਵਾਰ ਸਾਨੂੰ ਇਹ ਨਹੀਂ ਪਤਾ ਚੱਲਦਾ ਕਿ ਵਿਅਕਤੀ ਦੇ ਪਰਸਨੈਲਿਟੀ ਦੇ ਕੀ ਟ੍ਰੇਟਸ ਹਨ, ਯਾਨੀ ਉਹ ਕਿਸ ਸ਼ਖਸੀਅਤ ਦਾ ਮਾਲਕ ਹੈ। ਸੁਬਲ ਮੀਨਸ ਸਟਰੋਂਗ। ਸੁਬਲ ਦਾ ਮਤਲਬ ਹੁੰਦਾ ਹੈ ਤਾਕਤਵਰ, ਬਟ ਹੀ ਵਾਜ਼ ਰੈਦਰ ਫਰੇਲ, ਪਰ ਉਹ ਕਾਫੀ ਹੱਦ ਤੱਕ ਕਮਜ਼ੋਰ ਸੀ। ਸੁਸ਼ੀਲ ਵਾਜ਼ ਨੋਟ ਸੋ ਵੈਲ ਬਿਹੇਵਡ। ਸੁਸ਼ੀਲ ਇੰਨਾ ਵਧੀਆ ਵਰਤਾਓ ਨਹੀਂ ਕਰਦਾ ਸੀ, ਦੋ ਹਿਜ਼ ਨੇਮ ਮੀਨ ਜਸਟ ਦੈਟ, ਭਾਵੇਂ ਉਸ ਦੇ ਨਾਮ ਦਾ ਮਤਲਬ ਸੀ ਕਿ ਵਧੀਆ ਵਰਤਾਓ ਕਰਨ ਵਾਲਾ। The boy was always annoying the neighbors with his pranks. ਲੜਕਾ ਹਮੇਸ਼ਾ ਆਪਣੀਆਂ ਝੂਠੀਆਂ ਸ਼ਰਾਰਤਾਂ ਦੇ ਨਾਲ ਗੁਆਂਢੀਆਂ ਨੂੰ ਪਰੇਸ਼ਾਨ ਕਰਦਾ ਰਹਿੰਦਾ। So his father would often run after him to punish him. So ਇਸ ਤਰ੍ਹਾਂ ਉਸ ਦੇ ਪਿਤਾ ਜੀ ਹਮੇਸ਼ਾ ਉਸ ਨੂੰ ਸਜ਼ਾ ਦੇਣ ਲਈ ਉਹਦੇ ਪਿੱਛੇ ਭੱਜਦੇ ਰਹਿੰਦੇ। But the father was rheumatic. ਪਰ ਉਸ ਦੇ ਪਿਤਾ ਜੀ ਨੂੰ ਗਠੀਆ ਹੋਇਆ ਸੀ। ਵਾਈਲ ਦਾ ਬॉय ਰੈਨ ਲਾਈਕ ਅ ਡੀਅਰ, ਕਿ ਜਿਵੇਂ ਲੜਕਾ ਇੱਕ ਹਿਰਨ ਦੀ ਤਰ੍ਹਾਂ ਭੱਜਦਾ ਸੀ, ਸੋ ਦਾ ਬਲੋਜ਼ ਡਿਡ ਨੋਟ ਆਲਵੇਜ਼ ਹਿਟ ਦਾ ਮਾਰਕ। ਉਹਦੇ ਵੱਲ ਸੁੱਟੀ ਹੋਈ ਕੋਈ ਚੀਜ਼ ਹਮੇਸ਼ਾ ਉਹਦੇ ਨਹੀਂ ਲੱਗਦੀ ਸੀ। ਇਟ ਵਾਜ਼ ਸੈਟਰਡੇ। ਅੱਜ ਸ਼ਨੀਵਾਰ ਸੀ। ਵਨ ਸਕੂਲ ਕਲੋਜ਼ अर्ਲੀ ਐਟ 2 o'clock, ਜਦੋਂ ਸਕੂਲ 2 ਵਜੇ ਬੰਦ ਹੋ ਜਾਂਦਾ ਸੀ ਜਲਦੀ। ਬਟ ਸੁਸ਼ੀਲ ਡਿਡ ਨੋਟ ਫੀਲ ਲਾਈਕ ਗੋਇੰਗ ਟੂ ਸਕੂਲ ਐਟ ਆਲ, ਪਰ ਅੱਜ ਸੁਸ਼ੀਲ ਸਕੂਲ ਜਾਣ ਲਈ ਇੱਛੁਕ ਬਿਲਕੁਲ ਨਹੀਂ ਲੱਗ ਰਿਹਾ ਸੀ। There were several reasons for this. ਇਸ ਦੇ ਕਈ ਕਾਰਨ ਸਨ। First, ਪਹਿਲਾ, there was going to be a geography test. ਪਹਿਲਾ ਤਾਂ ਇਹ ਸੀ ਕਿ ਅੱਜ ਜਿਓਗ੍ਰਾਫੀ ਦਾ ਟੈਸਟ ਹੋਣ ਜਾ ਰਿਹਾ ਸੀ ਸਕੂਲ ਵਿੱਚ। ਐਂਡ ਸੈਕਿੰਡ, ਅਤੇ ਦੂਸਰਾ, there would be a fireworks show in the evening at the Bosses. Bosses ਜਗ੍ਹਾ ਦਾ ਨਾਮ। ਸੋ Bosses ਦੇ ਵਿੱਚ ਈਵਨਿੰਗ ਵਿੱਚ ਇੱਕ ਫਾਇਰਵਰਕ ਯਾਨੀ ਆਤਿਸ਼ਬਾਜ਼ੀ ਦਾ ਸ਼ੋਅ ਹੋਣਾ ਸੀ ਜੋ ਉਹ ਦੇਖਣਾ ਚਾਹੁੰਦਾ ਸੀ। ਫੋਰ ਵਿਚ ਦੇ ਵਰ ਗੋਇੰਗ ਟੂ ਪ੍ਰਿਪੇਅਰ ਫਰੋਮ ਦਾ ਮਾਰਨਿੰਗ, ਜਿਹਦੇ ਲਈ ਉਹ ਸਵੇਰ ਤੋਂ ਹੀ ਤਿਆਰੀ ਕਰ ਰਿਹਾ ਸੀ। ਸੁਸ਼ੀਲ ਹੈਡ ਪਲਾਨਡ ਟੂ ਸਪੈਂਡ ਦਾ ਹੋਲ ਡੇ ਦੇਅਰ। ਸੁਸ਼ੀਲ ਨੇ ਯੋਜਨਾ ਬਣਾ ਲਈ ਸੀ ਕਿ ਉਹ ਸਾਰਾ ਦਿਨ ਉੱਥੇ ਬਿਤਾਏਗਾ। So he went back to bed when it was time for school. So ਜਦੋਂ ਸਕੂਲ ਜਾਣ ਦਾ ਟਾਈਮ ਹੋਇਆ ਤਾਂ ਉਹ ਦੁਬਾਰਾ ਬੈੱਡ ਦੇ ਵਿੱਚ ਲੇਟ ਗਿਆ। His father came and asked. ਉਸਦੇ ਪਿਤਾ ਜੀ ਆਏ ਅਤੇ ਪੁੱਛਿਆ, What's wrong? Why are you in bed? ਕੀ ਹੋਇਆ ਤੈਨੂੰ? ਤੂੰ ਹਜੇ ਤੱਕ ਬੈੱਡ ਵਿੱਚ ਕਿਉਂ ਹੈ? Aren't you going to school? ਕੀ ਤੂੰ ਸਕੂਲ ਨਹੀਂ ਜਾ ਰਿਹਾ? I have got a tummy ache. I can't go to school today, said Sushil. ਸੁਸ਼ੀਲ ਨੇ ਕਿਹਾ, ਮੇਰੇ ਤਾਂ ਪੇਟ 'ਚ ਦਰਦ ਹੁੰਦੀ ਹੈ, ਮੈਂ ਨਹੀਂ ਅੱਜ ਸਕੂਲ ਜਾ ਸਕਦਾ। ਸੁਬਲ could easily see that the boy was making it up. ਸੁਬਲ ਨੂੰ ਬਿਲਕੁਲ ਆਰਾਮ ਨਾਲ ਹੀ ਲੱਗ ਰਿਹਾ ਸੀ ਕਿ ਬॉय ਸਿਰਫ ਬਹਾਨੇਬਾਜ਼ੀ ਕਰ ਰਿਹਾ ਹੈ। So he said to himself, ਫਿਰ ਉਸਨੇ ਆਪਣੇ ਆਪ ਨੂੰ ਕਿਹਾ, wait, I must teach him a lesson.
चल कोई नहीं पुत्रा, इंतज़ार कर, मैं इनू ज़रूर सबक सिखावांगा। अलाउड ही सैड, फिर उन्हें उच्ची कहा, अ टमी एक इज इट? हाँ पेट दर्द हो रहा कि सच्ची? then you would better stay at home all day, फिर ਤਾਂ ਬਹੁਤ ਵਧੀਆ ਤੂੰ ਸਾਰਾ ਦਿਨ ਘਰ ਹੀ ਰਹਿ। Harry can go by himself to see the fireworks at the bosses, ਹਰੀ ਜਿਹੜਾ ਤੇਰਾ ਦੋਸਤ ਹੈ ਆਪਣੇ ਆਪ ਕੱਲਾ ਚੱਲ ਜਾਏਗਾ ਬੋਸਿਸ ਵਿੱਚ ਆਤਿਸ਼ਬਾਜ਼ੀ ਦਾ ਸ਼ੋਅ ਦੇਖਣ ਲਈ। and don't have any of those toffees I got for you, ਅਤੇ ਫਿਰ ਜਿਹੜੀਆਂ ਮੈਂ ਤੇਰੇ ਵਾਸਤੇ ਟੋਫੀਆਂ ਲੈ ਕੇ ਆਇਆ ਉਹ ਤੈਨੂੰ ਨਹੀਂ ਮਿਲਣਗੀਆਂ। just lie down quietly while I mix you some of that bitter medicine, ਬਸ ਤੂੰ ਹੁਣ ਚੁੱਪ ਚਪੀਤੇ ਲੇਟਿਆ ਰਹਿ ਤੇ ਜਦ ਤੱਕ ਕਿ ਮੈਂ ਤੇਰੇ ਲਈ ਉਹ ਕੋੜੀਆਂ ਦਵਾਈਆਂ ਮਿਕਸ ਕਰਕੇ ਨਾ ਲਿਆਵਾਂ। he locked the boy in and went off to prepare it, ਉਸਨੇ ਲੜਕੇ ਨੂੰ ਅੰਦਰ ਹੀ ਤਾਲਾ ਲਗਾ ਦਿੱਤਾ ਅਤੇ ਉਹ ਜਗ੍ਹਾ ਛੱਡ ਦਿੱਤੀ ਉਹ ਸਾਰੀਆਂ ਚੀਜ਼ਾਂ ਤਿਆਰ ਕਰਨ ਲਈ। ਸੁਸ਼ੀਲ ਵਾਜ਼ ਇਨ ਅ ਫਿਕਸ, ਸੁਸ਼ੀਲ ਹੁਣ ਇੱਕ ਭਿਆਨਕ ਹਾਲਤ ਵਿੱਚ ਸੀ, ਖਤਰਨਾਕ ਹਾਲਤ ਵਿੱਚ ਸੀ। he loved toffees, ਉਹ ਟੋਫੀਆਂ ਨੂੰ ਬਹੁਤ ਪਿਆਰ ਕਰਦਾ ਸੀ। just as much as he hated the bitter medicine, ਉਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਕੋੜੀਆਂ ਦਵਾਈਆਂ ਨੂੰ ਨਫ਼ਰਤ ਕਰਦਾ ਸੀ। and he also wanted to go to the boss's house, ਅਤੇ ਉਹ ਨਾਲ ਹੀ ਬੌਸਿਸ ਦੇ ਘਰ ਵੀ ਜਾਣਾ ਚਾਹੁੰਦਾ ਸੀ। when ਸੁਬਲ ਬਾਬੂ returned with the huge bowl of medicine, ਜਦੋਂ ਸੁਬਲ ਬਾਬੂ ਇੱਕ ਵੱਡੀ ਸਾਰੀ ਮੈਡੀਸਨ ਦੀ ਕੋਲੀ ਦੇ ਨਾਲ ਵਾਪਸ ਆਉਂਦੇ ਹਨ, ਸੁਸ਼ੀਲ got up from the bed and said, ਸੁਸ਼ੀਲ ਬੈੱਡ ਤੋਂ ਉੱਠ ਜਾਂਦਾ ਤੇ ਕਹਿੰਦਾ ਹੈ, my tummy stopped aching, ਮੇਰਾ ਪੇਟ ਹੁਣ ਦਰਦ ਕਰਨੋਂ ਹਟ ਗਿਆ। I think I'll go to school, ਮੇਰੇ ਖਿਆਲ ਹੈ ਕਿ ਮੈਂ ਸਕੂਲ ਜਾਵਾਂਗਾ। no no said his father, ਨਹੀਂ ਉਹਦੇ ਪਿਤਾ ਜੀ ਨੇ ਕਿਹਾ, just drink this up and rest, ਸਿਰਫ ਇਹਨੂੰ ਪੀ ਲੈ ਤੇ ਰੈਸਟ ਕਰ। he forced the boy to swallow the medicine, ਉਸਨੇ ਲੜਕੇ ਨੂੰ ਜ਼ੋਰ ਪਾਇਆ ਕਿ ਤੂੰ ਇਹ ਮੈਡੀਸਨ ਲੈ ਲੈ। locked the door again and left, ਅਤੇ ਫਿਰ ਦੁਬਾਰਾ ਦਰਵਾਜ਼ੇ ਨੂੰ ਤਾਲਾ ਲਾ ਕੇ ਉਹ ਚਲਾ ਗਿਆ। ਸੁਸ਼ੀਲ cried the whole day and thought, ਸੁਸ਼ੀਲ ਸਾਰਾ ਦਿਨ ਰੋਂਦਾ ਰਿਹਾ ਅਤੇ ਉਸਨੇ ਸੋਚਿਆ, if only I were as old as my father, ਕਿ ਜੇ ਮੈਂ ਆਪਣੇ ਪਿਤਾ ਦੀ ਉਮਰ ਜਿੰਨਾ ਹੁੰਦਾ, I could do just as I pleased, ਤਾਂ ਮੈਂ ਉਹ ਸਭ ਕੁਝ ਕਰ ਸਕਦਾ ਜਿਸ ਨਾਲ ਮੈਨੂੰ ਖੁਸ਼ੀ ਮਿਲਦੀ। no one could lock me up, ਮੈਨੂੰ ਕੋਈ ਵੀ ਇਸ ਤਰ੍ਹਾਂ ਤਾਲਾ ਲਾ ਕੇ ਨਾ ਬਿਠਾਉਂਦਾ। his father sat outside thinking, ਉਸਦੇ ਪਿਤਾ ਜੀ ਬਾਹਰ ਬੈਠੇ ਸੋਚਦੇ, my parents pampered me too much, ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਲਾਡ ਪਿਆਰ ਕੀਤਾ। that's why I didn't get proper education, ਇਸ ਕਰਕੇ ਮੈਂ ਪ੍ਰੋਪਰ ਐਜੂਕੇਸ਼ਨ ਪ੍ਰਾਪਤ ਨਹੀਂ ਕਰ ਸਕਿਆ, ਸਹੀ ਐਜੂਕੇਸ਼ਨ ਪ੍ਰਾਪਤ ਨਹੀਂ ਕਰ ਸਕਿਆ। if I get back my childhood, ਜੇ ਮੈਂ ਆਪਣਾ ਬਚਪਨ ਦੁਬਾਰਾ ਪ੍ਰਾਪਤ ਕਰਦਾ ਹਾਂ, this time I would study properly and not waste time, ਤਾਂ ਇਸ ਵਾਰ ਮੈਂ ਆਪਣੀ ਸਟੱਡੀ ਪ੍ਰੋਪਰਲੀ ਕਰਾਂਗਾ ਤੇ ਆਪਣਾ ਟਾਈਮ ਵੇਸਟ ਨਹੀਂ ਕਰਦਾ। now the lady of fishes happened to pass that house, ਤੇ ਹੁੰਦਾ ਕੀ ਹੈ ਕਿ ਇੱਛਾ ਦੀ ਦੇਵੀ ਉਹਨਾਂ ਦੇ ਘਰ ਦੇ ਅੱਗੋਂ ਲੰਘ ਰਹੀ ਹੁੰਦੀ ਹੈ। and heard that the father and the son said, ਜੋ ਪਿਤਾ ਅਤੇ ਉਸ ਦਾ ਮੁੰਡਾ ਕਹਿੰਦਾ ਹੈ ਉਹ ਸੁਣ ਲੈਂਦੀ ਹੈ। well let me make their wishes come true, ਚਲੋ ਮੈਂ ਇਹਨਾਂ ਦੀਆਂ ਵਿਸ਼ੇਸ ਜਿਹੜੀਆਂ ਨੇ, ਇੱਛਾਵਾਂ ਨੇ, ਉਹ ਸੱਚੀਆਂ ਕਰ ਦਿੰਦੀਆਂ for some time, ਕੁਝ ਦੇਰ ਲਈ, and see what happens, ਅਤੇ ਦੇਖਦੇ ਹਾਂ ਕਿ ਕੀ ਵਾਪਰਦਾ ਹੈ ਜਦੋਂ ਇਹਨਾਂ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਕਿਹੜੀਆਂ ਇੱਛਾ? ਪਿਤਾ ਦੀ ਇੱਛਾ ਕਿਹੜੀ ਸੀ ਕਿ ਉਹ ਆਪਣਾ ਬਚਪਨ ਦੁਬਾਰਾ ਚਾਹੁੰਦੇ ਸੀ। ਬੱਚੇ ਦੀ ਕੀ ਇੱਛਾ ਸੀ ਕਿ ਉਹ ਚਾਹੁੰਦਾ ਸੀ ਕਿ ਉਹ ਆਪਣੇ ਡੈਡੀ ਜਿੰਨਾ ਵੱਡਾ ਹੋ ਜਾਏ ਤਾਂ ਕਿ ਉਹ ਜੋ ਕਰਨਾ ਚਾਹੁੰਦਾ ਕਰੇ। ਓਕੇ, ਸੋ ਸ਼ੀ ਅਪੀਅਰਡ ਬਿਫੋਰ ਦਾ ਫਾਦਰ ਐਂਡ ਟੋਲਡ ਹਿਮ, ਇਸ ਤਰ੍ਹਾਂ ਉਹ ਪਿਤਾ ਦੇ ਅੱਗੇ ਪ੍ਰਗਟ ਹੁੰਦੀ ਹੈ ਅਤੇ ਉਸ ਨੂੰ ਦੱਸਦੀ ਹੈ, ਯੂ ਵਿਲ ਹੈਵ ਵਟ ਯੂ ਵਾਂਟ, ਤੈਨੂੰ ਮਿਲ ਜਾਏਗਾ ਜੋ ਤੂੰ ਚਾਹੁੰਦਾ ਹੈ। ਟੁਮਾਰੋ ਯੂ ਵਿਲ ਬੀ ਯੂਰ ਸਨਸ ਏਜ, ਕੱਲ ਤੂੰ ਆਪਣੇ ਮੁੰਡੇ ਜਿੰਨੀ ਉਮਰ ਦਾ ਹੋ ਜਾਏਗਾ। ਟੂ ਦ ਸਨ ਸ਼ੀ ਸੈਡ, ਅਤੇ ਉਹ ਲੜਕੇ ਨੂੰ ਜਾ ਕੇ ਕਹਿੰਦੀ ਹੈ, ਯੂ ਵਿਲ ਬੀ ਐਜ਼ ਓਲਡ ਐਜ਼ ਯੂਰ ਫਾਦਰ ਟੁਮਾਰੋ, ਤੂੰ ਕੱਲ ਆਪਣੇ ਪਿਤਾ ਜਿੰਨੀ ਉਮਰ ਦਾ ਹੋ ਜਾਏਗਾ। Both of them were happy to hear this, ਦੋਨੋਂ ਇਹ ਸੁਣ ਕੇ ਬਹੁਤ ਖੁਸ਼ ਹੋ ਜਾਂਦੇ ਹਨ।
ओल्ड सुबल चंद्र डिड नॉट स्लीप वेल एट नाइट। बजुर्ग सुबल चंद्र होंदा वो चंगी तरह सो भी नहीं पांदा रात नूं। ही फेल असलीप ओनली टुवर्ड्स द मॉर्निंग। ओनू सवेरे जाके किते नींद आंदी है। बट टुडे अ स्ट्रेंज थिंग हैपेंड। पर अज एक अजीब चीज़ वापरदी है। ही लैप्ट आउट ऑफ द बैड एट द क्रैक ऑफ द डॉन। ਉਹ ਬੈੱਡ ਦੇ ਵਿੱਚੋਂ ਇੱਕਦਮ ਛਾਲ ਮਾਰ ਕੇ ਉੱਠਦਾ ਹੈ ਡਾਨ ਯਾਨੀ ਪ੍ਰਭਾਤ ਵੇਲੇ ਫੁੱਟਣ ਤੇ। He discovered that he had become very small। ਉਹ ਪਾਉਂਦਾ ਹੈ ਕਿ ਉਹ ਤਾਂ ਬਹੁਤ ਛੋਟਾ ਹੋ ਗਿਆ। He had got back all his teeth। ਉਸ ਨੂੰ ਉਹ ਸਾਰੇ ਦੰਦ ਦੁਬਾਰਾ ਮਿਲ ਗਏ ਜੋ ਉਹਦੇ ਟੁੱਟ ਚੁੱਕੇ ਸਨ। And lost his beard and ਮੁਸਟੈਸ਼। ਉਹ ਆਪਣੀ ਦਾੜੀ ਅਤੇ ਮੁੱਛਾਂ ਵੀ ਗਵਾ ਚੁੱਕਾ ਹੈ ਯਾਨੀ ਹੁਣ ਉਹ ਬੱਚਾ ਬਣ ਗਿਆ। ਹਿਜ਼ ਕਲੋਥਸ ਵਰ ਨਾਓ ਮਚ ਟੂ ਬਿਗ ਫॉर ਹਿਮ। ਹੁਣ ਜਿਹੜੇ ਰਾਤ ਨੂੰ ਉਹਨੇ ਕਲੋਥਸ ਪਾਏ ਹੋਏ ਸੀ ਉਹ ਹੁਣ ਉਹਦੇ ਵਾਸਤੇ ਬਹੁਤ ਵੱਡੇ ਸਨ। ਮੀਨਵਾਈਲ ਉਹਦੇ ਨਾਲ ਹੀ ਆਵਰ ਸੁਸ਼ੀਲ ਚੰਦਰ ਜਸਟ ਕੁਡ ਨੋਟ ਗੈਟ ਅਪ ਟੁਡੇ। ਸਾਡਾ ਸੁਸ਼ੀਲ ਚੰਦਰ ਉਹ ਸਵੇਰੇ ਸਵੇਰੇ ਉੱਠ ਹੀ ਨਹੀਂ ਪਾਇਆ ਅੱਜ। ਵੈਨ ਐਟ ਲਾਸਟ ਹੀ ਵਾਸ ਵੋਕਨ ਅਪ। ਜਦੋਂ ਅਖੀਰ ਉਹ ਉੱਠਿਆ ਬਾਏ ਹਿਜ਼ ਫਾਦਰਸ ਸ਼ਾਊਟਸ। ਆਪਣੇ ਪਿਤਾ ਦੀਆਂ ਚੀਕਾਂ ਸੁਣ ਕੇ ਹੀ ਫਾਊਂਡ ਦੈਟ ਹੀ ਹੈਡ ਗਰੋਨ ਸੋ ਮਚ ਓਵਰਨਾਈਟ। ਉਸਨੇ ਪਾਇਆ ਕਿ ਉਹ ਰਾਤੋਂ ਰਾਤ ਹੀ ਕਿੱਡਾ ਵੱਡਾ ਹੋ ਗਿਆ ਹੈ। ਐਂਡ ਹਿਜ਼ ਕਲੋਥਸ ਹੈਡ ਬਰਸਟ ਦੇਅਰ ਸੀਮਸ। ਅਤੇ ਉਸ ਦੇ ਕੱਪੜੇ ਉਹਦੀਆਂ ਜਿਹੜੀਆਂ ਸੀਣਾ ਹੁੰਦੀਆਂ ਨੇ ਧਾਗੇ ਦੀਆਂ ਉਹਨਾਂ ਵਿੱਚੋਂ ਉਹ ਨਿਕਲ ਪਏ ਹਨ। ਹਿਸ ਫੇਸ ਵਾਸ ਕਵਰਡ ਵਿਦ ਗ੍ਰੇ ਸਟਬਲ। ਉਸ ਦਾ ਫੇਸ ਛੋਟੀ ਛੋਟੀ ਚਿੱਟੀ ਦਾੜੀ ਨਾਲ ਕਵਰ ਹੋ ਗਿਆ ਹੈ। ਐਂਡ ਹੀ ਹੈਡ ਆਲਸੋ ਬਿਕਮ ਬਾਲਡ। ਅਤੇ ਉਹ ਥੋੜਾ ਗੰਜਾ ਵੀ ਹੋ ਗਿਆ ਹੈ। ਹੀ ਡਿਡ ਨਾਟ ਫੀਲ ਲਾਈਕ ਗੈਟਿੰਗ ਅਪ ਐਟ ਆਲ। ਉਸ ਨੂੰ ਇਹੋ ਜਿਹਾ ਫੀਲ ਨਹੀਂ ਹੋ ਰਿਹਾ ਕਿ ਉਹ ਉੱਠ ਚੁੱਕਾ ਹੈ। ਹੀ ਯੌਨਡ ਅਗੇਨ ਐਂਡ ਅਗੇਨ। ਉਹ ਦੁਬਾਰਾ ਉਬਾਸੀਆਂ ਲਈ ਜਾ ਰਿਹਾ। The noise by his father finally made him get up। ਉਸ ਦੇ ਪਿਤਾ ਦੁਆਰਾ ਮਚਾਇਆ ਹੋਇਆ ਸ਼ੋਰ ਉਸ ਨੂੰ ਉਠਾ ਦਿੰਦਾ ਹੈ। Their wishes had come true। ਦੋਨਾਂ ਦੀ ਵਿਸ਼ੇਸ ਯਾਨੀ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਸਨ। But it only made trouble for them। ਪਰ ਇਸ ਨੇ ਸਿਰਫ ਮੁਸ਼ਕਿਲ ਹੀ ਖੜੀ ਕੀਤੀ ਸੀ ਉਹਨਾਂ ਲਈ। ਸੁਸ਼ੀਲ had always imagined that if he grew up and be free like his father। ਸੁਸ਼ੀਲ ਹਮੇਸ਼ਾ ਸੋਚਦਾ ਸੀ ਕਿ ਜੇ ਉਹ ਵੱਡਾ ਹੋ ਜਾਵੇ ਤੇ ਆਪਣੇ ਪਿਤਾ ਜੀ ਵਾਂਗ ਠੀਕ ਹੈ ਵੱਡਾ ਹੋ ਜਾਵੇ ਹੀ ਵੁੱਡ ਕਲਾਈਂਬ ਟਰੀਜ਼। ਤਾਂ ਉਹ ਮਨ ਮਰਜ਼ੀ ਨਾਲ ਦਰਖਤਾਂ ਤੇ ਚੜ੍ਹੇਗਾ। ਡਾਈਵ ਇਨਟੂ ਦਾ ਪੂਲ। ਛੱਪੜ ਵਿੱਚ ਛਾਲ ਮਾਰੇਗਾ। ਈਟ ਗ੍ਰੀਨ ਮੈਂਗੋਜ਼। ਹਰੀਆਂ ਖੱਟੀਆਂ ਅੰਬੀਆਂ ਖਾਏਗਾ। ਪਲੰਡਰ ਬਰਡਸ ਨੈਸਟਸ। ਕਿ ਜਿਹੜੇ ਉਹ ਪੰਛੀਆਂ ਦੇ ਘੋਂਸਲੇ ਆ ਉਹਨਾਂ ਨੂੰ ਲੁੱਟ ਲਏਗਾ। ਪਲੰਡਰ ਹੁੰਦਾ ਲੁੱਟਣਾ। ਐਂਡ ਰੋਮ ਅਰਾਊਂਡ ਆਲ ਡੇ ਲੌਂਗ। ਅਤੇ ਸਾਰਾ ਦਿਨ ਘੁੰਮਦਾ ਰਹੇਗਾ। ਹੀ ਵੁੱਡ ਕਮ ਹੋਮ ਐਂਡ ਈਟ ਵਾਟ ਐਵਰ ਹੀ ਲਾਈਕਡ ਵੈਨ ਐਵਰ ਹੀ ਲਾਈਕਡ। ਉਹ ਆਪਣੀ ਮਰਜ਼ੀ ਨਾਲ ਜਦੋਂ ਚਾਹੇ ਘਰ ਆਏ ਅਤੇ ਜਿੰਨਾ ਚਾਹੇ ਖਾਏਗਾ। ਵਿਦ ਨੋ ਵਨ ਟੂ ਸਕੋਲਡ ਹਿਮ। ਕੋਈ ਵੀ ਉਸ ਨੂੰ ਝਿੜਕਾ ਮਾਰਨ ਵਾਲਾ ਨਹੀਂ ਹੋਏਗਾ। ਬਟ ਸਟ੍ਰੇਂਜ ਟੂ ਸੇ। ਪਰ ਬੜਾ ਅਜੀਬ ਹੈ ਇਹ ਕਹਿਣਾ ਦੈਟ ਮੋਰਨਿੰਗ ਹੀ ਡਿਡ ਨੋਟ ਵਾਂਟ ਟੂ ਕਲਾਈਂਬ ਅ ਟਰੀ। ਪਰ ਉਸ ਸਵੇਰ ਨੂੰ ਉਹ ਦਰਖਤ ਤੇ ਨਹੀਂ ਚੜ੍ਹਨਾ ਚਾਹੁੰਦਾ ਸੀ। ਹੀ ਡਿਡ ਨੋਟ ਵਾਂਟ ਟੂ ਸਵਿਮ ਈਦਰ। ਉਹ ਕਿਸੇ ਛੱਪੜ ਵਿੱਚ ਤੈਰਨਾ ਵੀ ਨਹੀਂ ਚਾਹੁੰਦਾ ਸੀ। ਹੀ ਥਾਟ ਹੀ ਵੁੱਡ ਕੈਚ ਕੋਲਡ ਐਂਡ ਹੈਵ ਫੀਵਰ। ਉਹ ਸੋਚਦਾ ਸੀ ਕਿ ਉਹਨੂੰ ਜ਼ੁਕਾਮ ਹੋ ਜਾਏਗਾ ਤੇ ਬਿਮਾਰ ਹੋ ਜਾਏਗਾ ਜੇ ਉਹਨੇ ਇੱਦਾਂ ਕੀਤਾ। ਹੀ ਰੋਲਡ ਆਊਟ ਅ ਮੈਟ ਐਂਡ ਸੈਟ ਦੇਅਰ। ਟਾਈ ਉਹਨੇ ਜੋ ਰੋਲ ਹੋਈ ਸੀ ਉਹਨੂੰ ਖੋਲਿਆ ਅਤੇ ਉੱਥੇ ਬੈਠ ਗਿਆ। ਥਿੰਕਿੰਗ ਕੁਆਇਟਲੀ ਟੂ ਹਿਮਸੈਲਫ। ਆਰਾਮ ਨਾਲ ਸ਼ਾਂਤੀ ਨਾਲ ਆਪਣੇ ਬਾਰੇ ਸੋਚਣ ਲਈ। Once he thought he should not give up all games, so suddenly he should at least try। ਜਦੋਂ ਉਸਨੇ ਇੱਕ ਵਾਰ ਸੋਚਿਆ ਕਿ ਉਸਨੂੰ ਸਾਰੀਆਂ ਗੇਮਾਂ ਜਿਹੜੀਆਂ ਛੱਡ ਦੇਣੀਆਂ ਚਾਹੀਦੀਆਂ ਪਰ ਫਿਰ ਵੀ ਇੱਕਦਮ ਉਹਦੇ ਦਿਮਾਗ 'ਚ ਆਇਆ ਕਿ ਨਹੀਂ ਯਾਰ ਇਹ ਸਾਰੀ ਵਿਸ਼ੇਸ ਆਪਾਂ ਮੰਗੀ ਹੈ ਤੇ ਚਲੋ ਇੱਕ ਵਾਰ ਟਰਾਈ ਤਾਂ ਸਾਨੂੰ ਕਰਨਾ ਚਾਹੀਦਾ। ਸੋ ਹੀ ਗੋਟ ਅਪ। ਸੋ ਉਹ ਉੱਠਿਆ ਐਂਡ ਟਰਾਈਡ ਟੂ ਕਲਾਈਂਬ ਐਨ ਅਮਰਾ ਟਰੀ। ਇੱਕ ਅਮਰਾ ਟਰੀ ਦੇ ਉੱਤੇ ਉਸਨੇ ਚੜ੍ਹਨਾ ਸ਼ੁਰੂ ਕੀਤਾ। ਨੀਅਰ ਬਾਏ ਯਾਨੀ ਜੋ ਨੇੜੇ ਸੀ। ਐਜ਼ ਸੂਨ ਐਜ਼ ਹੀ ਟਰਾਈਡ ਟੂ ਪੁੱਲ ਹਿਮਸੈਲਫ ਬਾਏ ਅ ਥਿਨ ਬ੍ਰਾਂਚ। ਜਿਵੇਂ ਹੀ ਉਸਨੇ ਇੱਕ ਪਤਲੀ ਟਾਹਣੀ ਨੂੰ ਫੜ ਕੇ ਆਪਣੇ ਆਪ ਨੂੰ ਉੱਪਰ ਦਰਖਤ ਦੇ ਚਾੜਨਾ ਸ਼ੁਰੂ ਕੀਤਾ। ਇਟ ਬ੍ਰੋਕ ਅੰਡਰ ਹਿਜ਼ ਵੇਟ। ਤਾਂ ਉਹ
ਪਤਲੀ ਟਾਹਣੀ ਇਸ ਦੇ ਭਾਰ ਨਾਲ ਟੁੱਟ ਗਈ ਐਂਡ ਹੀ ਫੈਲ ਟੂ ਦ ਗਰਾਊਂਡ ਅਤੇ ਉਹ ਗਰਾਊਂਡ ਤੇ ਗਿਰ ਗਿਆ। ਕੌਣ ਗਿਰ ਗਿਆ? ਸੁਸ਼ੀਲ ਚੰਦਰ, ਜੋ ਲੜਕਾ ਹੁਣ ਵੱਡਾ ਹੋ ਚੁੱਕਿਆ ਸੀ। ਉਹਨੇ ਆਪਣੇ ਹਿਸਾਬ ਨਾਲ ਹੀ ਛੋਟੀ ਪਤਲੀ ਟਾਹਣੀ ਫੜੀ ਕਿ ਉਹ ਨਹੀਂ ਗਿਰੇਗਾ, ਪਰ ਉਹਨੂੰ ਭੁੱਲ ਗਿਆ ਕਿ ਹੁਣ ਵੱਡਾ ਪਤਲੀ ਟਾਹਣੀ ਦੇ ਨਾਲ ਉਹ ਜਿਹੜਾ ਆਪਣਾ ਬੈਲੈਂਸ ਨਹੀਂ ਬਣਾ ਸਕਦਾ। ਪਾਸਰਸ ਬਾਏ ਲਾਫਡ ਲਾਊਡਲੀ ਟੂ ਸੀ ਦਾ ਓਲਡ ਮੈਨ ਪਲੇਇੰਗ ਚਾਈਲਡਿਸ਼ ਪ੍ਰੈਂਕਸ। ਨੇੜਿਓਂ ਲੰਘਣ ਵਾਲੇ ਜ਼ੋਰ-ਜ਼ੋਰ ਦੀ ਹੱਸਦੇ ਇਹ ਦੇਖ ਕੇ ਕਿ ਕਿਵੇਂ ਬਜ਼ੁਰਗ ਬੰਦਾ ਇੱਕ ਛੋਟੇ ਬੱਚਿਆਂ ਦੀਆਂ ਸ਼ਰਾਰਤਾਂ ਭਰੀਆਂ ਖੇਡਾਂ ਖੇਡਦਾ ਪਿਆ ਹੈ। ਵਿਦ ਲੋਅਰਡ ਹੈਡ ਹੀ ਕੇਮ ਬੈਕ ਟੂ ਹਿਜ਼ ਮੈਟ ਔਨ ਦਾ ਪੋਰਚ। ਉਹ ਸਿਰ ਝੁਕਾਏ ਹੋਏ ਆਪਣੇ ਬਰਾਂਡੇ ਵਿੱਚ ਪਈ ਹੋਈ ਚਟਾਈ ਤੇ ਵਾਪਸ ਆ ਕੇ ਬੈਠ ਜਾਂਦਾ। called the servant and said, ਆਪਣੇ ਨੌਕਰ ਨੂੰ ਉਹਨੇ ਬੁਲਾਇਆ ਤੇ ਕਿਹਾ, boy bring me a rupees worth of toffees from the market, ਕਿ ਲੜਕੇ ਮੇਰੇ ਵਾਸਤੇ 1 ਰੁਪਏ ਦੀਆਂ ਟੋਫੀਆਂ ਲੈ ਕੇ ਆ ਬਾਜ਼ਾਰ ਤੋਂ। ਸੁਸ਼ੀਲ had always been fond of toffees, ਸੁਸ਼ੀਲ ਹਮੇਸ਼ਾ ਤੋਂ ਹੀ ਟੋਫੀਆਂ ਦਾ ਸ਼ੌਕੀਨ ਰਿਹਾ ਸੀ। Every day at the shop near the school he saw sweets of many colors, ਹਰ ਰੋਜ਼ ਉਹ ਆਪਣੇ ਸਕੂਲ ਦੇ ਨੇੜੇ ਟੋਫੀਆਂ ਕਈ ਰੰਗਾਂ ਦੀਆਂ ਦੇਖਦਾ and bought some whenever he was given a few ਪੈਸੇ, ਤੇ ਜਦੋਂ ਵੀ ਉਹਨੂੰ ਕੁਝ ਪੈਸੇ ਖਰਚਣ ਨੂੰ ਮਿਲਦੇ ਤਾਂ ਉਹ ਟੋਫੀਆਂ ਲੈ ਲੈਂਦਾ। He had always dreamt of stuffing his pockets with them when he had loads of money, ਉਹ ਹਮੇਸ਼ਾ ਤੋਂ ਹੀ ਸੋਚਦਾ ਕਿ ਜਦੋਂ ਉਸ ਕੋਲ ਬਹੁਤ ਸਾਰਾ ਪੈਸਾ ਹੋਵੇਗਾ ਤਾਂ ਉਹ ਆਪਣੀਆਂ ਜੇਬਾਂ ਟੋਫੀਆਂ ਦੇ ਨਾਲ ਭਰ ਰੱਖੇਗਾ। Today his servant brought him a whole rupees worth, ਅੱਜ ਉਸ ਦੇ ਨੌਕਰ ਨੇ ਪੂਰੇ 1 ਰੁਪਏ ਦੀਆਂ ਟੋਫੀਆਂ ਨੂੰ ਲਿਆਤੀਆਂ। He took a piece and started eating it, ਉਸਨੇ ਇੱਕ ਪੀਸ ਯਾਨੀ ਇੱਕ ਟੋਫੀ ਚੱਕੀ ਤੇ ਉਸਨੂੰ ਖਾਣ ਲੱਗਾ। But the old man did not care for children's sweet, ਪਰ old man ਯਾਨੀ ਕਿ ਸੁਸ਼ੀਲ ਚੰਦਰ ਹੁਣ ਉਹ ਬੱਚਿਆਂ ਦੀਆਂ ਟੋਫੀਆਂ ਦੀ ਇੰਨੀ ਹੁਣ ਪਰਵਾਹ ਨਹੀਂ ਕਰਦਾ ਸੀ। Let me give them to my child father, ਉਹ ਹੁਣ ਸੋਚਣ ਲੱਗ ਗਿਆ ਕਿ ਹੁਣ ਜਿਹੜਾ ਮੇਰਾ ਬੱਚਾ ਯਾਨੀ ਜਿਹੜਾ ਉਹਦਾ ਫਾਦਰ ਹੁਣ ਉਹ ਬੱਚਾ ਬਣ ਗਿਆ ਸੀ, ਹੁਣ ਉਹਦੇ ਬਾਰੇ ਸੋਚਣ ਲੱਗ ਗਿਆ। ਕਹਿੰਦਾ ਚੱਲ ਯਾਰ ਮੈਂ ਕੋ ਟੋਫੀਆਂ ਆਈਆਂ ਤੇ ਮੈਂ ਆਪਣੇ ਬੱਚੇ ਨੂੰ ਦੇ ਦੇਣਾ, ਮੈਂ ਕੀ ਕਰਨੀਆਂ ਖਾ ਕੇ, ਜਿੱਦਾਂ ਕਿ ਬਜ਼ੁਰਗ ਸੋਚਦੇ ਹਨ। He thought, ਉਸਨੇ ਸੋਚਿਆ, but at once decided, ਪਰ ਇੱਕਦਮ ਉਸਨੇ ਫੈਸਲਾ ਕੀਤਾ, no it will make the boy sick, ਨਹੀਂ ਇਹਦੇ ਨਾਲ ਲੜਕਾ ਮੇਰਾ ਬਿਮਾਰ ਹੋ ਜਾਏਗਾ। All the little boys who had played kabaddi with Sushil till yesterday came as usual, ਸੁਸ਼ੀਲ ਦੇ ਨਾਲ ਜਿਹੜੇ ਛੋਟੇ ਬੱਚੇ ਕਬੱਡੀ ਰੋਜ਼ ਖੇਡਦੇ ਸੀ ਉਹ ਅੱਜ ਵੀ ਆ ਗਏ ਰੋਜ਼ਾਨਾ ਦੀ ਤਰ੍ਹਾਂ। saw the old man and ran away, ਉਹਨਾਂ ਨੇ ਜਦੋਂ ਬਜ਼ੁਰਗ ਬੰਦਾ ਬਾਹਰ ਬੈਠਿਆ ਦੇਖਿਆ ਅਤੇ ਉਹ ਭੱਜ ਗਏ। Sushil had always thought he would play kabaddi with his friends all day long, ਸੁਸ਼ੀਲ ਹਮੇਸ਼ਾ ਤੋਂ ਸੋਚਦਾ ਸੀ ਕਿ ਉਹ ਕਾਸ਼ ਕਿ ਆਪਣੇ ਦੋਸਤਾਂ ਦੇ ਨਾਲ ਸਾਰਾ ਦਿਨ ਕਬੱਡੀ ਖੇਡ ਸਕਦਾ। if he were as free as his father, ਜੇ ਉਹ ਆਪਣੇ ਪਿਤਾ ਜਿੰਨਾ ਆਜ਼ਾਦ ਹੁੰਦਾ। but now the sight of them only irritated him, ਪਰ ਉਹਨਾਂ ਬੱਚਿਆਂ ਵੱਲ ਹੁਣ ਇੱਕ ਪਲ ਲਈ ਦੇਖਣਾ ਵੀ ਉਸਨੂੰ ਇਰੀਟੇਟ ਕਰਦਾ ਯਾਨੀ ਤੰਗ ਕਰਦਾ। I am sitting in peace, ਮੈਂ ਸ਼ਾਂਤੀ ਵਿੱਚ ਬੈਠ ਰਿਹਾ ਹਾਂ। he thought, ਉਸਨੇ ਸੋਚਿਆ, and here come these boys to bother me, ਅਤੇ ਇਹ ਲੜਕੇ ਆ ਕੇ ਮੈਨੂੰ ਤੰਗ ਕਰ ਰਹੇ ਹਨ। ਸੁਬਲ ਚੰਦਰ had the habit of sitting on the porch, ਹੁਣ ਸੁਬਲ ਚੰਦਰ ਦੀ ਵਾਰੀ ਆ ਗਈ, ਜੋ ਉਹਦਾ ਪਹਿਲਾਂ ਪਿਤਾ ਸੀ ਹੁਣ ਕੀ ਬਣਿਆ ਹੋਇਆ, ਛੋਟਾ ਬੱਚਾ। Subal Chandra had the habit of sitting on the porch on his mat each day and think, ਸੁਬਲ ਚੰਦਰ ਦੀ ਹੈਬਿਟ ਕੀ ਸੀ, ਆਦਤ ਕੀ ਸੀ, ਬਰਾਂਡੇ 'ਚ ਬੈਠ ਜਾਣਾ ਚਟਾਈ ਤੇ ਅਤੇ ਕੁਛ ਨਾ ਕੁਛ ਸੋਚਦੇ ਰਹਿਣਾ। When I was young, ਜਦੋਂ ਮੈਂ ਛੋਟਾ ਸੀ, I wasted my time in mischief, ਤਾਂ ਮੈਂ ਸ਼ਰਾਰਤਾਂ ਵਿੱਚ ਆਪਣਾ ਸਮਾਂ ਬਰਬਾਦ ਕਰਦਾ ਸੀ। If I get my childhood back, ਜੇ ਮੈਂ ਆਪਣਾ ਚਾਈਲਡਹੁੱਡ ਦੁਬਾਰਾ ਪ੍ਰਾਪਤ ਕਰਦਾ ਹਾਂ, I would shut myself in my room and study quietly all day, ਤਾਂ ਮੈਂ ਆਪਣੇ ਆਪ ਨੂੰ ਇੱਕ ਰੂਮ ਵਿੱਚ ਬੰਦ ਕਰ ਲਾਂਗਾ ਸਾਰਾ ਦਿਨ ਅਤੇ ਆਪਣੀ ਪੜ੍ਹਾਈ ਆਰਾਮ ਨਾਲ ਕਰਾਂਗਾ। But after getting his childhood, ਪਰ ਬਚਪਨ ਆਪਣਾ ਦੁਬਾਰਾ ਪ੍ਰਾਪਤ ਕਰਨ ਤੋਂ ਬਾਅਦ he did not like going to school, ਉਹ ਸਕੂਲ ਜਾਣਾ ਪਸੰਦ ਨਹੀਂ ਕਰ ਰਿਹਾ ਸੀ। ਸੁਸ਼ੀਲ would ask him in the morning, ਸੁਸ਼ੀਲ ਨੇ ਉਸ ਨੂੰ ਪੁੱਛਿਆ ਸਵੇਰੇ, ਬਾਬਾ won't you go to school,
बाबा तू स्कूल नहीं जाना? सुबल वुड स्क्रैच हिज हैड। सुबल अपना सिर खुजलांदे हुए कहंदा, लोअर हिज आईज एंड से, अपनी अखां नीचे करके कहंदा, आई हैव गॉट टमी एक, मेरे पेट दर्द हुंदा, आई कांट गो टू स्कूल, मैं स्कूल नहीं जा सकदा। सुशील विड ग्रो एंग्री एट दिस। हुण सुशील यानी जिहड़ा ओहदा बच्चा वड्डा होया, ठीक है, ਉਹ ਹੁਣ ਉੱਤੇ ਨਾਰਾਜ਼ ਹੋ ਜਾਂਦਾ। ਓ ਕਾਂਟ ਯੂ, ਤੂੰ ਇੱਦਾਂ ਨਹੀਂ ਕਰ ਸਕਦਾ। ਆਈ ਆਲਸੋ ਹੈਡ ਲੋਡਸ ਆਫ ਟਮੀ ਏਕਸ ਇਨ ਮਾਈ ਡੇਜ਼, ਮੇਰੇ ਵੀ ਬਹੁਤ ਸਾਰੇ ਇਹੋ ਜਿਹੇ ਪੇਟ ਦਰਦ ਹੁੰਦੇ ਸੀ ਜਦੋਂ ਮੈਂ ਛੋਟਾ ਹੁੰਦਾ ਸੀ। ਵੈਨ ਇਟ ਵਾਜ਼ ਮਾਈ ਟਾਈਮ ਟੂ ਗੋ ਟੂ ਸਕੂਲ, ਜਦੋਂ ਮੇਰਾ ਸਮਾਂ ਹੁੰਦਾ ਸੀ ਸਕੂਲ ਜਾਣ ਦਾ। ਆਈ ਨੋ ਯੂ ਟ੍ਰਿਕਸ, ਮੈਨੂੰ ਪਤਾ ਤੂੰ ਟ੍ਰਿਕਸ ਕਰ ਰਿਹਾ, ਖੇਡਾਂ ਖੇਡਦਾ ਪਿਆ। ਸੁਸ਼ੀਲ ਬਿਗੈਨ ਸੈਂਡਿੰਗ ਹਿਜ਼ ਲਿਟਲ ਫਾਦਰ ਟੂ ਸਕੂਲ ਬਾਈ ਫੋਰਸ। ਸੁਸ਼ੀਲ ਨੇ ਜ਼ੋਰ ਲਾਣਾ ਸ਼ੁਰੂ ਕਰਤਾ ਆਪਣੇ ਛੋਟੇ ਪਿਤਾ ਉੱਤੇ ਵੀ, ਤੂੰ ਸਕੂਲ ਜਾ। ਔਨ ਰਿਟਰਨਿੰਗ ਹੋਮ ਸੁਬਲ ਵਾਂਟਡ ਟੂ ਰਨ ਅਬਾਊਟ ਐਂਡ ਪਲੇ। ਸਕੂਲ ਤੋਂ ਵਾਪਸ ਆਉਣ ਵੇਲੇ ਸੁਬਲ ਉਹ ਭੱਜ ਜਾਣਾ ਚਾਹੁੰਦਾ ਸੀ ਖੇਡਣ ਲਈ, ਬਟ ਐਟ ਦੈਟ ਟਾਈਮ, ਪਰ ਉਸ ਸਮੇਂ old Subal wanted to put on his glasses and read aloud from the Ramayana in a sing-song voice। ਪਰ ਉਸ ਸਮੇਂ ਜਿਹੜਾ ਸੁਬਲ ਸੀ ਉਹ ਉੱਚੀ ਉੱਚੀ ਰਾਮਾਇਣ ਦਾ ਪਾਠ ਕਰਨ ਲੱਗ ਗਿਆ ਜਿੱਦਾਂ ਕਿ ਉਹ ਕੋਈ ਗਾਣਾ ਗਾ ਰਿਹਾ ਹੋਵੇ। ਸੁਬਲ ਸੋ ਨਾਈਸੀ ਗੇਮਸ ਡਿਸਟਰਬਡ ਹਿਮ। ਸੁਬਲ ਦੀਆਂ ਇਹ ਸ਼ੋਰ ਪਾਉਣ ਵਾਲੀਆਂ ਜਿਹੜੀਆਂ ਖੇਡਾਂ ਸੀ ਉਹ ਸੁਸ਼ੀਲ ਨੂੰ ਡਿਸਟਰਬ ਕਰ ਰਹੀਆਂ ਸੀ। ਸੋ ਹੀ ਵੁੱਡ ਮੇਕ ਸੁਬਲ ਸਿਟ ਡਾਊਨ ਵਿਦ ਹਿਸ ਸਲੇਟ ਐਂਡ ਡੂ ਸਮਸ। ਸੋ ਉਸਨੇ ਸੁਬਲ ਨੂੰ ਕਿਹਾ ਤੂੰ ਬੈਠ ਜਾ, ਸਲੇਟ ਲੈ ਲਾ ਤੇ ਆਪਣੇ ਸਵਾਲ ਕਰ। They were such long sums that his father took a whole hour to do a single one। ਇੰਨੇ ਲੰਬੇ ਸਮ ਸੀ ਕਿ ਉਸਦੇ ਪਿਤਾ ਜੀ ਨੂੰ, ਪਿਤਾ ਹੁਣ ਤੇ ਸੁਬਲ ਚੰਦਰ ਦੀ ਗੱਲ ਹੋ ਰਹੀ ਹੈ, ਕਿ ਸੁਬਲ ਚੰਦਰ ਕੋਲ ਕਿੰਨੀ ਦੇਰ, ਪੂਰਾ ਘੰਟਾ ਲਗਾ ਕੇ ਵੀ ਉਹ ਸਮ ਹੋ ਨਹੀਂ ਪਾ ਰਹੇ ਸਨ। In the evenings, ਸ਼ਾਮਾਂ ਵੇਲੇ, a group of old men gathered in Sushil's room to play chess। ਬਜ਼ੁਰਗਾਂ ਦਾ ਇੱਕ ਗਰੁੱਪ ਸੁਸ਼ੀਲ ਦੇ ਕਮਰੇ ਵਿੱਚ ਆ ਜਾਂਦਾ। ਸੁਸ਼ੀਲ ਦਾ ਕਮਰਾ, ਹੁਣ ਉੱਥੇ ਬਜ਼ੁਰਗਾਂ ਦਾ ਗਰੁੱਪ ਆ ਗਿਆ ਚੈਸ ਖੇਡਣ ਲਈ। To keep Subal quiet at that time, ਕਿ ਸੁਬਲ ਜਿਹੜਾ ਹੁਣ ਛੋਟਾ, ਜਿਹੜਾ ਰੌਲਾ ਪਾਉਂਦਾ ਰਹਿੰਦਾ, ਜਿਹਨੂੰ ਕੰਟਰੋਲ ਕਰਨਾ ਔਖਾ, ਉਹਨੂੰ ਚੁੱਪ ਕਰਾਉਣ ਲਈ ਉਸ ਸਮੇਂ ਸੁਸ਼ੀਲ ਹਾਇਰਡ ਅ ਟਿਊਟਰ। ਸੁਸ਼ੀਲ ਨੇ ਇੱਕ ਟਿਊਟਰ ਯਾਨੀ ਟਿਊਸ਼ਨ ਪੜ੍ਹਾਉਣ ਵਾਲਾ ਉਹ ਹਾਇਰ ਕਰ ਲਿਆ, ਰੱਖ ਲਿਆ। ਹੂ ਕੈਪਟ ਸੁਬਲ ਬਿਜ਼ੀ ਟਿਲ 10 ਐਟ ਨਾਈਟ, ਜਿਹੜਾ ਕਿ ਰਾਤ ਦੇ 10 ਵਜੇ ਤੱਕ ਉਹਨੂੰ ਬਿਜ਼ੀ ਰੱਖਦਾ ਪੜ੍ਹਾਈ ਵਿੱਚ। ਓਲਡ ਸੁਸ਼ੀਲ ਟੂ ਗੋਟ ਇਨਟੂ ਆਲ ਕਾਈਂਡਸ ਆਫ ਟਰਬਲ। ਹੁਣ ਬਜ਼ੁਰਗ ਸੁਸ਼ੀਲ ਯਾਨੀ ਜਿਹੜਾ ਬੱਚਾ ਹੁਣ ਬਜ਼ੁਰਗ ਬਣਿਆ ਹੋਇਆ ਸੀ ਉਹ ਹਰ ਤਰ੍ਹਾਂ ਦੀ ਮੁਸ਼ਕਲ ਵਿੱਚ ਸੀ। Nothing he had liked as a child agreed with him any longer। ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਕਿ ਉਹਨੂੰ ਬਚਪਨ ਵਿੱਚ ਪਸੰਦ ਸੀ ਉਹ ਹੁਣ ਉਹਦੇ ਨਾਲ ਸਹਿਮਤ ਨਹੀਂ ਸੀ ਕਿ ਉਹਨੂੰ ਪਸੰਦ ਹੋਵੇ। ਟੋਫੀਆਂ ਖਾਣਾ ਚਾਹੁੰਦਾ ਸੀ ਪਰ ਉਹ ਹੁਣ ਪਸੰਦ ਨਹੀਂ। ਦਰਖਤ ਤੇ ਵੀ ਨਹੀਂ ਹੁਣ ਚੜ੍ਹਨਾ ਚਾਹੁੰਦਾ ਸੀ, ਕਿਸੇ ਦੇ ਨਾਲ ਵੀ ਉਹ ਅਗਰੀ ਨਹੀਂ ਹੁੰਦਾ ਸੀ, ਸਹਿਮਤ ਨਹੀਂ ਹੁੰਦਾ ਸੀ ਕਿ ਹਾਂ ਇਹ ਮੈਨੂੰ ਹੁਣ ਕਰਨੀ ਚਾਹੀਦੀ ਹੈ। ਹੀ ਯੂਜ਼ਡ ਟੂ ਟੇਕ ਅ ਡਿਪ ਇਨ ਦਾ ਪੌਂਡ। ਉਹ ਅਕਸਰ ਛੱਪੜ ਦੇ ਵਿੱਚ ਚੁੱਭੀ ਲਗਾਉਣਾ ਚਾਹੁੰਦਾ ਸੀ। ਔਨ ਡੂਇੰਗ ਇਟ ਨਾਓ, ਪਰ ਇਹ ਹੋਣ ਕਰਨ ਵੇਲੇ ਹਿਜ਼ ਜੁਆਇੰਟਸ ਗ੍ਰਿਊ ਸਟਿਫ ਐਂਡ ਸਵੋਲਨ। ਉਸਦੇ ਹੱਡੀਆਂ ਦੇ ਜੋੜ ਆਕੜ ਜਾਂਦੇ ਅਤੇ ਸੁੱਜ ਜਾਂਦੇ। ਐਂਡ ਹੀ ਗੋਟ ਰੂਮੈਟਿਜ਼ਮ, ਅਤੇ ਉਸ ਨੂੰ ਗਠੀਆ ਹੋ ਗਿਆ। ਦੈਟ ਟੁੱਕ 6 months ਟੂ ਕਿਉਰ, ਜਿਹਨੂੰ 6 ਮਹੀਨੇ ਲੱਗਣੇ ਸਨ ਇਲਾਜ ਲਈ। ਆਫਟਰ ਦੈਟ ਹੀ ਬੇਥ ਵਨਸ ਐਵਰੀ 2 days ਵਿਦ ਵਾਰਮ ਵਾਟਰ। ਇਸ ਤੋਂ ਬਾਅਦ ਉਸਨੂੰ ਹਰ 2 ਦਿਨਾਂ ਬਾਅਦ ਨਿੱਘੇ ਪਾਣੀ ਦੇ ਨਾਲ ਨਹਾਉਣਾ ਵੀ ਪੈਣਾ ਸੀ। and did not let ਸੁਬਲ bathe in the pond either। ਅਤੇ ਉਸਨੇ ਸੁਬਲ ਨੂੰ ਰੋਕਣਾ ਵੀ ਸੀ ਕਿ ਉਹ ਛੱਪੜ ਵਿੱਚ ਨਾ ਨਹਾਏ। if he jumped out of bed, ਹੁਣ ਜੇ ਉਹ ਬੈੱਡ ਤੋਂ ਜੰਪ ਮਾਰਦਾ ਹੈ as he had done as a child, ਜਿੱਦਾਂ ਕਿ ਉਹ ਆਪਣੇ ਬਚਪਨ ਵੇਲੇ ਕਰਦਾ ਸੀ, his bones would ache, ਉਸ ਦੀਆਂ ਹੱਡੀਆਂ ਜਿਹੜੀਆਂ ਦੁਖਦੀਆਂ। no sooner did he put a pan into his mouth, ਹੁਣ ਉਸਨੇ ਕਾਫੀ ਦੇਰ ਹੋ ਗਈ ਪਾਨ ਵੀ ਨਹੀਂ ਮੂੰਹ 'ਚ ਪਾਇਆ
ਸੀ that he found he had no teeth to chew in with, ਕਿ ਉਸਨੇ ਪਾਇਆ ਕਿ ਹੁਣ ਉਹ ਪਾਨ ਚਬਾਣ ਲਈ ਉਹਦੇ ਕੋਲ ਦੰਦ ਤਾਂ ਹੈ ਨਹੀਂ। by chance if he took up a comb, ਜੇ ਉਹ ਕੰਘੀ ਕਰਨ ਲੱਗਦਾ ਅਚਾਨਕ, he would be reminded that he had no hair left, ਤਾਂ ਉਸਨੂੰ ਇਹ ਯਾਦ ਆ ਜਾਂਦਾ ਕਿ ਉਹਦੇ ਸਿਰ ਤੇ ਤਾਂ ਹੁਣ ਕੋਈ ਵਾਲ ਹੀ ਨਹੀਂ ਹੈ। ਸੁਬਲ ਚੰਦਰ too sometimes forgot how young he was, ਸੁਬਲ ਚੰਦਰ ਜਾਨੀ ਜੋ ਐਕਚੁਅਲ ਚ ਪਿਤਾ ਸੀ ਹੁਣ ਬੱਚਾ ਬਣਿਆ ਹੋਇਆ, ਕਈ ਵਾਰ ਭੁੱਲ ਜਾਂਦਾ ਕਿ ਹੁਣ ਉਹ ਕਿੰਨਾ ਛੋਟਾ ਸੀ। ਇਮੈਜਿਨਿੰਗ ਹਿਮਸੈਲਫ ਟੂ ਬੀ ਐਜ਼ ਓਲਡ ਐਜ਼ ਬਿਫੋਰ, ਉਹ ਹਜੇ ਵੀ ਸੋਚ ਲੈਂਦਾ ਕਿ ਜਿੰਨਾ ਉਹ ਪਹਿਲਾਂ ਵੱਡਾ ਸੀ ਹੁਣ ਵੀ ਉਨਾ ਹੀ ਹੈ। ਹੀ ਵੁੱਡ ਟਰਨ ਅਪ ਐਟ ਓਲਡ ਮੈਨਸ ਗੈਦਰਿੰਗਸ, ਤੇ ਉਹ ਬਜ਼ੁਰਗਾਂ ਦੀ ਗੈਦਰਿੰਗ ਵਿੱਚ ਜਾ ਕੇ ਬੈਠ ਜਾਂਦਾ, ਵੇਅਰ ਦੇ ਵਰ ਪਲੇਇੰਗ ਕਾਰਡਸ ਔਰ ਡਾਈਸ, ਜਿੱਥੇ ਕਿ ਉਹ ਤਾਸ਼ ਖੇਡਦੇ ਹੁੰਦੇ ਤੇ ਚੌਪਟ ਖੇਡਦੇ ਹੁੰਦੇ, ਐਂਡ ਬਿਗਿਨ ਟੂ ਟਾਕ ਲਾਈਕ ਅ ਗਰੋਨ ਅਪ, ਤੇ ਵੱਡਿਆਂ ਵਾਂਗੂ ਉਹਨਾਂ ਨਾਲ ਗੱਲ ਕਰਨ ਲੱਗ ਜਾਂਦਾ। ਦੇ ਵੁੱਡ ਬਾਕਸ ਹਿਜ਼ ਈਅਰਸ ਐਂਡ ਸੈਂਡ ਹਿਮ ਅਵੇ ਸੇਇੰਗ ਰਨ ਅਵੇ ਐਂਡ ਪਲੇ, ਤਾਂ ਫਿਰ ਉਸ ਦੇ ਕੰਨਾਂ ਦੇ ਲਗਾਉਂਦੇ ਅਤੇ ਉਹਨੂੰ ਝਿੜਕ ਕੇ ਕਹਿੰਦੇ ਕਿ ਜਾ ਭੱਜ ਜਾ ਤੇ ਆਪਣਾ ਖੇਡ। ਐਟ ਲਾਸਟ ਸੁਬਲ ਬਿਗੈਨ ਟੂ ਪ੍ਰੇ ਅਰਨੈਸਟਲੀ, ਅਰਨੈਸਟਲੀ ਹੁੰਦਾ ਜ਼ੋਰ ਦੇ ਕੇ ਕਹਿਣਾ। ਅਖੀਰ ਸੁਬਲ ਬਜ਼ੁਰਗ ਤੋਂ ਬੱਚਾ ਬਣਿਆ ਹੋਇਆ ਸੀ, ਉਹਨੇ ਜ਼ੋਰ ਦੇ ਕੇ ਅਰਦਾਸ ਕੀਤੀ, ਇਫ ਓਨਲੀ ਆਈ ਵਰ ਐਜ਼ ਓਲਡ ਐਜ਼ ਮਾਈ ਸਨ ਸੁਸ਼ੀਲ, ਕਿ ਜੇ ਹੁਣ ਇੱਕ ਵਾਰੀ ਮੈਂ ਓਨਾ ਹੀ ਵੱਡਾ ਹੋ ਜਾ ਜਿੰਨਾ ਕਿ ਹੁਣ ਮੇਰਾ ਮੁੰਡਾ ਸੁਸ਼ੀਲ ਵੱਡਾ ਹੋਇਆ ਹੈ, ਐਂਡ ਫ੍ਰੀ ਟੂ ਡੂ ਵਾਟ ਆਈ ਲਾਈਕਡ, ਅਤੇ ਉਸੇ ਤਰ੍ਹਾਂ ਹੀ ਕਰਾਂ ਜਿੱਦਾਂ ਕਿ ਮੈਂ ਕਰਨਾ ਚਾਹੁੰਦਾ ਹਾਂ। ਐਂਡ ਸੁਸ਼ੀਲ ਵੁੱਡ ਪ੍ਰੇ, ਓ ਲੋਰਡ ਮੇਕ ਮੀ ਐਜ਼ ਯੰਗ ਐਜ਼ ਮਾਈ ਫਾਦਰ, ਤੇ ਸੁਸ਼ੀਲ ਵੀ ਉਧਰ ਓਨੀ ਉਹੀ ਪ੍ਰਾਰਥਨਾ ਕਰਦਾ ਕਿ ਹੇ ਰੱਬਾ ਮੈਨੂੰ ਵੀ ਹੁਣ ਓਨਾ ਹੀ ਛੋਟਾ ਕਰ ਦੇ ਜਿੰਨਾ ਮੇਰੇ ਪਿਤਾ ਜੀ ਨੂੰ ਛੋਟਾ ਕੀਤਾ, ਸੋ ਦੈਟ ਆਈ ਮਾਈਟ ਪਲੇ ਅਗੇਨ ਐਜ਼ ਮਚ ਐਜ਼ ਆਈ ਵਾਂਟ ਟੂ, ਤਾਂ ਕਿ ਮੈਂ ਹੁਣ ਦੁਬਾਰਾ ਓਨਾ ਹੀ ਖੇਡ ਸਕਾਂ ਜਿੰਨਾ ਮੈਂ ਚਾਹੁੰਦਾ ਹਾਂ। ਆਈ ਕਾਂਟ ਕੰਟਰੋਲ ਮਾਈ ਫਾਦਰ ਐਨੀ ਮੋਰ, ਮੈਂ ਹੁਣ ਆਪਣੇ ਜਿਹੜਾ ਪਿਤਾ ਵਾ ਜਿਹੜਾ ਹੁਣ ਮੇਰਾ ਬੱਚਾ ਬਣ ਗਿਆ ਉਹਨੂੰ ਕੰਟਰੋਲ ਨਹੀਂ ਕਰ ਸਕਦਾ। ਹੀ ਇਜ਼ ਬਿਕਮ ਵੈਰੀ ਨੋਟੀ, ਉਹ ਬਹੁਤ ਸ਼ਰਾਰਤੀ ਹੋ ਗਿਆ, ਐਂਡ ਆਈ ਐਮ ਵਰੀਡ ਅਬਾਊਟ ਹਿਮ ਆਲ ਦਾ ਟਾਈਮ, ਤੇ ਮੈਂ ਤਾਂ ਹੁਣ ਉਹਦੀ ਬਸ ਚਿੰਤਾ 'ਚ ਹੀ ਰਹਿੰਦਾ, ਉਹਦੀ ਫਿਕਰ ਹੀ ਮੈਨੂੰ ਖਾਂਦੀ ਰਹਿੰਦੀ ਹੈ। ਦ ਲੇਡੀ ਆਫ ਵਿਸ਼ਿਜ਼ ਨਾਓ ਕੇਮ ਅਗੇਨ ਟੂ ਆਸਕ, ਇੱਛਾ ਦੀ ਦੇਵੀ ਦੁਬਾਰਾ ਆਉਂਦੀ ਹੈ ਪੁੱਛਣ ਲਈ, ਵੈਲ ਹੈਵ ਯੂ ਹੈਡ ਇਨਫ ਆਫ ਯੂਰ ਵਿਸ਼ਿਸ, ਕਿ ਤੁਸੀਂ ਹੁਣ ਖੁਸ਼ ਹੋ, ਤੁਹਾਨੂੰ ਜੋ ਚਾਹੀਦਾ ਸੀ ਆਪਣੀਆਂ ਇੱਛਾਵਾਂ ਤੋਂ ਮਿਲ ਗਿਆ। ਬੋਥ ਫਾਦਰ ਐਂਡ ਸਨ ਬੋਡ ਦੇਅਰ ਹੈਡਸ ਐਜ਼ ਲੋ ਐਜ਼ ਹਰ ਫੀਟ, ਸੋ ਪਿਤਾ ਅਤੇ ਪੁੱਤਰ ਦੋਨਾਂ ਨੇ ਆਪਣੇ ਹੈਡਸ ਉਸ ਦੇ ਪੈਰਾਂ ਤੇ ਰੱਖ ਦਿੱਤੇ, ਯਾਨੀ ਆਪਣਾ ਸਿਰ ਉਸ ਦੇ ਪੈਰਾਂ ਤੇ ਝੁਕਾਇਆ। ਯੈਸ ਮਦਰ ਵੀ ਹੈਵ ਹੈਡ ਇਨਫ, ਹਾਂ ਮਾਤਾ ਜੀ ਜੋ ਸਾਨੂੰ ਚਾਹੀਦਾ ਸੀ ਉਹ ਕਾਫੀ ਮਿਲ ਗਿਆ। ਪਲੀਜ਼ ਟਰਨ ਅਸ ਬੈਕ ਇਨਟੂ ਵਾਟ ਵੀ ਵਰ ਬਿਫੋਰ, ਕਿਰਪਾ ਕਰਕੇ ਸਾਨੂੰ ਉਹੀ ਕੁਝ ਬਣਾ ਦਿਓ ਜਿੱਦਾਂ ਅਸੀਂ ਪਹਿਲਾਂ ਸੀ। ਆਲ ਰਾਈਟ ਸ਼ੀ ਸੈਡ, ਠੀਕ ਹੈ ਉਸਨੇ ਕਿਹਾ, ਯੂ ਵਿਲ ਬੋਥ ਬੀ ਯੋਰਸੈਲਵਸ ਅਗੇਨ ਟੁਮਾਰੋ ਮੋਰਨਿੰਗ, ਤੁਸੀਂ ਦੋਨੋਂ ਉਸੇ ਤਰ੍ਹਾਂ ਦੇ ਹੋ ਜਾਓਗੇ ਕੱਲ ਸਵੇਰ ਨੂੰ। ਨੈਕਸਟ ਮਾਰਨਿੰਗ ਸੁਬਲ ਵਾਜ਼ ਦ ਸੇਮ ਓਲਡ ਮੈਨ ਐਜ਼ ਬਿਫੋਰ, ਅਗਲੀ ਸਵੇਰ ਸੁਬਲ ਫਿਰ ਉਹੀ ਪੁਰਾਣਾ ਬਜ਼ੁਰਗ ਹੀ ਸੀ ਪਹਿਲੇ ਦੀ ਤਰ੍ਹਾਂ। ਐਂਡ ਸੁਸ਼ੀਲ ਵੋਕ ਅਪ ਐਜ਼ ਦ ਲਿਟਲ ਬॉय ਹੀ ਯੂਜ਼ਡ ਟੂ ਬੀ, ਅਤੇ ਹਮੇਸ਼ਾ ਦੀ ਤਰ੍ਹਾਂ ਸੁਸ਼ੀਲ ਇੱਕ ਛੋਟੇ ਬੱਚੇ ਵਾਂਗੂ ਹੀ ਉੱਠਿਆ। ਬੋਥ ਇਮੈਜਿਨਡ ਦੇ ਹੈਡ ਬੀਨ ਡ੍ਰੀਮਿੰਗ, ਦੋਨਾਂ ਨੂੰ ਲੱਗਿਆ ਕਿ ਉਹ ਸੁਪਨਾ ਦੇਖ ਰਹੇ ਸਨ। ਸੁਬਲ ਕਾਲਡ ਹਿਸ ਸਨ ਐਂਡ ਸੈਡ, ਸੁਬਲ ਨੇ ਆਪਣੇ ਸਨ ਨੂੰ ਕਿਹਾ, ਸੁਸ਼ੀਲ ਕੀ ਤੂੰ ਗ੍ਰਾਮਰ ਨੂੰ ਸਿੱਖਣਾ ਸ਼ੁਰੂ ਨਹੀਂ ਕਰ ਰਿਹਾ? ਸੁਸ਼ੀਲ ਸਕ੍ਰੈਚਡ ਹਿਜ਼ ਹੈਡ ਐਂਡ ਸੈਡ, ਸੁਸ਼ੀਲ ਨੇ ਆਪਣਾ ਸਿਰ ਖੁਜਲਾਇਆ ਅਤੇ ਕਿਹਾ, ਫਾਦਰ ਆਈ ਹੈਵ ਲੋਸਟ ਮਾਈ ਬੁੱਕ, ਪਿਤਾ ਜੀ ਮੈਂ ਆਪਣੀ ਕਿਤਾਬ ਗੁਮਾ ਬੈਠਾ ਹਾਂ।
ਸੋ ਇਹ ਸੀ ਪਾਠ, ਬੜਾ ਇੰਟਰਸਟਿੰਗ ਹੈ। ਸੋ ਉਮੀਦ ਹੈ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਵੀਡੀਓ ਨੂੰ ਦੇਖਿਆ ਤੇ ਸੁਣਿਆ ਹੋਵੇਗਾ। ਸੋ ਅਗਲੇ ਕੁਐਸਚਨਸ ਜੋ ਹੈ ਉਹ ਵੀ ਮੈਂ ਨਾਲ ਅਟੈਚ ਕਰ ਰਿਹਾ, ਤੇ ਉਹ ਤੁਸੀਂ ਆਪਣੀ ਆਪਣੀ ਨੋਟਬੁੱਕ ਤੇ ਉਤਾਰ ਲੈਣਾ ਤੇ ਆਪਣੇ ਟੀਚਰਸ ਨੂੰ ਚੈੱਕ ਵੀ ਕਰਵਾ ਲੈਣਾ, ਠੀਕ। ਸੋ ਟੀਚਰ ਦੀ ਹੈਲਪ ਨਾਲ ਜ਼ਰੂਰ ਰੱਖਣੀ ਹੈ, ਟੀਚਰ ਨੂੰ ਇਨਵੋਲਵ ਨਾਲ ਜ਼ਰੂਰ ਰੱਖਣਾ ਹੈ, ਠੀਕ। ਜਿੰਨਾ ਤੁਸੀਂ ਟੀਚਰ ਦੇ ਨਾਲ ਇੰਟਰੈਕਟ ਕਰੋਗੇ ਓਨਾ ਹੀ ਤੁਸੀਂ ਲਾਇਕ ਹੋ ਜਾਓਗੇ, ਜਿੰਨਾ ਟੀਚਰ ਨਾਲ ਬੋਲਣਾ ਬੰਦ ਕਰ ਦੋਗੇ ਓਨਾ ਹੀ ਤੁਸੀਂ ਲਾਇਕ ਤੋਂ ਦੂਰ ਜਾਂਦੇ ਜਾਓਗੇ, ਠੀਕ। ਸੋ ਉਮੀਦ ਹੈ ਕਿ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੋਗੇ। ਸੋ ਬੈਸਟ ਆਫ ਲੱਕ for the future. Thank you very much.